नमस्कार लुधियाना खबरनामा वेखण वाले सारे दर्शकों का स्वागत है। मैं हाँ परविंदर। तमाम खबरों ते नजर पाउने शुरुआत करते हैं सुर्खियां दे नाल। लुधियाना पुलिस कमिश्नरेट नज़दीक वधाएगी सख्ती। कमिश्नरेट के नज़दीक 5 तो वध लोगों के इकट्ठे होने ते रोक। बिना मंजूरी धरने जलसे रैलियां ते भी लगाएगी पाबंदी। हुण मालिक मकान नूं भी किराएदारां दी वेरीफिकेशन करवाना होवेगा लाजमी। दो हज़ार 22 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਵਰਕਰਾਂ ਨੇ ਕਸੀ ਕਮਰ। ਡੋਰ ਟੂ ਡੋਰ ਕੀਤਾ ਜਾ ਰਿਹਾ ਪ੍ਰਚਾਰ। ਭਾਈ ਰਣਜੀਤ ਸਿੰਘ ਨਗਰ ਦੇ ਵਿੱਚ ਲੋਕਾਂ ਨੂੰ ਮਿਲਣ ਪਹੁੰਚੇ ਮਹੇਸ਼ਿੰਦਰ ਸਿੰਘ ਗਰੇਵਾਲ। ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਵਿੱਚ ਵੀ ਅਕਾਲੀ ਬਸਪਾ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਦੇ ਹੱਕ ਵਿੱਚ ਕੀਤੀ ਗਈ ਬੈਠਕ। ਕਾਂਗਰਸ ਵਿੱਚ ਇੱਕ ਹੋਰ ਧਮਾਕਾ। ਖੰਨਾ ਦੀ ਸੀਟ ਤੋਂ ਰਮਨੀਕ ਕੌਰ ਗਰੇਵਾਲ ਨੇ ਪੇਸ਼ ਕੀਤੀ ਟਿਕਟ ਦੀ ਦਾਅਵੇਦਾਰੀ। ਗੁਰਕਿਰਤ ਤੇ ਕੋਟਲੀ ਦੀਆਂ ਵਧੀਆਂ ਮੁਸ਼ਕਲਾਂ। 2017 ਦੇ ਵਿੱਚ ਬਣੇ ਸਨ ਖੰਨਾ ਤੋਂ ਵਿਧਾਇਕ। ਮਿਸ਼ਲ ਸਮਾਜ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ। ਨਿਸ਼ਕਾਮ ਸਕੂਲ ਦੇ ਵਿੱਚ ਬਸਤੀ ਦੇ ਬੱਚਿਆਂ ਨਾਲ ਮਨਾਇਆ ਦੁਸ਼ਹਿਰਾ। ਝੂਲੇ, ਮਠਿਆਈ ਦੇ ਸਟਾਲ ਅਤੇ ਜਾਦੂ ਦਾ ਸ਼ੋਅ ਵੀ ਕੀਤਾ ਗਿਆ ਆਯੋਜਿਤ। बुलेटिन का आगाज़ करते हैं। संयुक्त पुलिस कमिश्नर के वलों ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਨੇ। ਪੁਲਿਸ ਕਮਿਸ਼ਨਰੇਟ ਇਲਾਕੇ ਦੇ ਵਿੱਚ 5 ਵਿਅਕਤੀਆਂ ਤੋਂ ਵੱਧ ਇਕੱਠੇ ਹੋਣ ਤੇ ਰੋਕ ਲਗਾਈ ਗਈ ਹੈ। ਇਸ ਨਾਲ ਹੀ ਬਿਨਾਂ ਮਨਜ਼ੂਰੀ ਹੁਣ ਇਲਾਕੇ ਦੇ ਵਿੱਚ ਧਰਨੇ, ਪ੍ਰਦਰਸ਼ਨ, ਜਲੂਸ, ਰੈਲੀਆਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਕਿ ਇਸ ਤੋਂ ਇਲਾਵਾ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਵੀ ਖਾਸ ਹੁਕਮ ਜਾਰੀ ਕੀਤੇ ਗਏ ਨੇ, ਜਿਸ ਅਨੁਸਾਰ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਹੁਣ ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਵੀ ਬੇहद ਜ਼ਰੂਰੀ ਹੋਵੇਗਾ ਅਤੇ ਪੁਲਿਸ ਦੇ ਕੋਲ ਇਹ ਵੇਰਵਾ ਵੀ ਦੇਣਾ ਲਾਜ਼ਮੀ ਹੋਵੇਗਾ। ਮੈਂ ਜਦੋਂ 22 ਸਤੰਬਰ ਨੂੰ ਬਤੌਰ ਕਮਿਸ਼ਨਰ ਪੁਲਿਸ ਦਾ ਅਹੁਦਾ ਸੰਭਾਲਿਆ ਸੀਗਾ ਤਾਂ ਮੈਨੂੰ ਜੋ ਫੀਡਬੈਕ ਮਿਲੀ ਸੀ ਔਰ ਰੋਜ਼ ਮੈਂ ਕ੍ਰਾਈਮ ਦੇ ਵਿੱਚ ਦੇਖਦਾ ਸੀ ਕਿ ਸਨੈਚਿੰਗ ਜਿਹੜੀ ਹੈ ਸਟਰੀਟ ਕ੍ਰਾਈਮ ਉਹ ਰੈਂਪੈਂਟ ਸੀਗੀ। ਉਹਦੇ ਸਪੈਸ਼ਲ ਮੇਜਰ ਲਏ ਆਪਾਂ ਪ੍ਰੀਵੈਂਟ ਕਰਨ ਦੇ, ਡਿਟੈਕਟ ਕਰਨ ਦੇ ਔਰ ਸਾਰਿਆਂ ਦੀ ਪਰਫਾਰਮੈਂਸ ਬੇਸਡ ਅਪਰੋਚ ਜਿਹੜੀ ਹੈ ਉਹਨੂੰ ਅਡਾਪਟ ਕਰਨ ਵਾਸਤੇ ਮੈਂ ਹਦਾਇਤਾਂ ਵੀ ਦਿੱਤੀਆਂ ਔਰ ਪਰਸਨਲੀ ਇਹਨੂੰ ਮੈਂ ਮੋਨੀਟਰ ਕੀਤਾ। ਉਸ ਸਿਲਸਿਲੇ 'ਚ ਹੁਣ ਅੱਜ ਮੈਂ ਤਕਰੀਬਨ 12 ਦਿਨਾਂ ਬਾਅਦ ਇਸ ਗੱਲ ਦੀ ਰਿਵਿਊ ਕੀਤੀ ਕਿ ਫਿਗਰਸ ਜਿਹੜੀਆਂ ਟ੍ਰੇਸਿੰਗ ਅਤੇ ਕਿੰਨੇ ਇੰਸੀਡੈਂਟ ਹੋਏ, ਕਿੰਨੀ ਰਿਕਵਰੀ ਹੋਈ ਪ੍ਰਾਪਰਟੀ ਦੀ, ਉਹ ਸਾਰਾ ਜਦੋਂ ਮੈਂ ਬਣਾਇਆ ਚਾਰਟ ਔਰ ਐਨਾਲਿਸਿਸ ਉਹਦਾ ਕਰਕੇ ਉਹਦੇ 'ਚ 1 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ 51 ਕੇਸ ਦਰਜ ਹੋਏ ਸਨੈਚਿੰਗ ਦੇ ਔਰ 'ਚੋਂ 17 ਕੇਸ ਟ੍ਰੇਸ ਹੋਏ, ਜੋ ਕਿ ਤਕਰੀਬਨ 33% ਦੇ ਕਰੀਬ ਉਹਦੀ ਐਵਰੇਜ ਬਣਦੀ ਹੈ। ਲੁਧਿਆਣਾ ਪੁਲਿਸ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੁਣ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਵੀ ਜ਼ਰੂਰੀ ਹੋਵੇਗੀ, ਜਿਸ ਨੂੰ ਲੈ ਕੇ ਲੁਧਿਆਣਾ ਪੁਲਿਸ ਕਿਰਾਏ ਦੇ ਉੱਪਰ ਰਹਿ ਰਹੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ। ਇਸ ਸੰਬੰਧ ਦੇ ਵਿੱਚ SHO ਦੁਗਰੀ ਸੁਰਿੰਦਰ ਚੋਪੜਾ ਨੇ ਦੱਸਿਆ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਮਕਾਨ ਦੇ ਵਿੱਚ ਰੱਖਣ ਵਾਲੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਅਤੇ ਜੇਕਰ ਕੋਈ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। CP ਸਾਹਿਬ ਲੁਧਿਆਣਾ ਵੱਲੋਂ ਹੁਕਮ ਪਾਸ ਕੀਤਾ ਗਿਆ ਐਕਟ 88 ਦਾ, ਜਿਹੜੇ ਬਾਹਰ ਤੋਂ ਲੋਕ ਆਪਣੇ ਸ਼ਹਿਰ ਦੇ ਵਿੱਚ ਆ ਕੇ ਰਹਿੰਦੇ ਨੇ, ਜਿਹੜੇ ਮਾਲਕ ਜਿਹੜੇ ਆ ਉਹ ਅਵੇਅਰ ਨਹੀਂ ਹੁੰਦੇ, ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਅਤੇ ਕਈ ਕ੍ਰਿਮੀਨਲ ਲੋਕ ਆ ਕੇ ਜਿਹੜੇ ਆ ਇੱਥੇ ਵਾਰਦਾਤ ਕਰਕੇ ਤੇ ਚਲੇ ਜਾਂਦੇ ਆ ਅਤੇ ਉਸ ਤੋਂ ਬਾਅਦ ਉਹਨਾਂ ਦਾ ਨੌਕਰਾਂ ਦਾ, ਸਰਵੈਂਟ ਦਾ, ਆਮ ਪਬਲਿਕ ਦਾ ਪਤਾ ਨਹੀਂ ਲੱਗਦਾ। ਅੱਜ ਅਸੀਂ ਪੂਰੇ ਇੱਥੇ ਜਵੱਦੀ ਏਰੀਏ ਦੇ ਵਿੱਚ ਜਿੰਨੇ ਵੀ ਵਿਹੜੇ ਆ ਉਹਨਾਂ ਦਾ ਦੌਰਾ ਕੀਤਾ ਅਤੇ ਇਹਨਾਂ ਨੂੰ ਗੱਲ ਅਗਾਹ ਕੀਤਾ। ਅਸੀਂ 2 FIR ਵੀ ਅਸੀਂ ਦਰਜ ਕਰਾਂਗੇ ਇਹਨਾਂ ਦੇ ਉੱਤੇ ਅਗੇਂਸਟ। ਇਹਨਾਂ ਨੇ ਕਿਸੇ ਦੀ ਵੀ ਵੈਰੀਫਿਕੇਸ਼ਨ ਜਿਹੜੀ ਨਹੀਂ ਕਰਾਈ, ਇੱਥੋਂ ਤੱਕ ਕਿ ਜਿਹੜੇ ਕਿਰਾਏਦਾਰ ਆ ਉਹਨਾਂ ਨੂੰ ਆਪਣੇ ਮਾਲਕ ਦਾ ਨਾਮ ਹੀ ਨਹੀਂ ਪਤਾ। ਇਸ ਕਰਕੇ ਮੈਂ ਅਪੀਲ ਕਰਦਾ ਹਾਂ ਵੀ ਸਾਰਿਆਂ ਨੂੰ ਵੀ ਇਹ ਸਾਰੇ ਆਪਣੇ ਜਿਹੜੇ ਰਿਸ਼ਤੇਦਾਰ ਜਾਂ ਆਪਣੇ ਜਿਹੜੇ ਇਹਨਾਂ ਦੇ ਸੰਬੰਧੀ ਆ ਜਿਨ੍ਹਾਂ ਨੇ ਕਿਰਾਏਦਾਰ ਰੱਖੇ ਆ ਉਹਨਾਂ ਨੂੰ ਇਹ ਮੈਸੇਜ ਦੇਣ ਵੀ ਤੁਰੰਤ ਜਿਹੜੀ ਆ ਕੱਲ੍ਹ ਤੋਂ ਹੀ ਆਪਾਂ ਇਹਨਾਂ ਦੀ ਜਿਹੜੀ ਆ ਵੈਰੀਫਿਕੇਸ਼ਨ ਸਾਂਝ ਕੇਂਦਰ 'ਤੇ ਕਰਵਾਈ ਜਾਏ। ਸਰ, ਲੰਬੇ ਸਮੇਂ ਤੋਂ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ, ਬਾਰ-ਬਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਪਰ ਫਿਰ ਵੀ ਲੋਕ ਜਾਗਰੂਕ ਨਹੀਂ ਹੋ ਰਹੇ, ਕੀ ਕਾਰਨ ਬਣਦਾ? ਇਹ ਬਹੁਤ ਮਾੜੀ ਗੱਲ ਹੈ। ਜੇ ਇਹਨੂੰ ਅਸੀਂ ਬੜੀ ਸਖਤੀ ਨਾਲ ਜਿਹੜੇ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ, ਅਸੀਂ ਹੁਣ ਇਹਦੀ ਪਾਲਣਾ ਕਰਵਾਵਾਂਗੇ।
ਜਗਰਾਉਂ ਦੇ ਵਿੱਚ ਕਿਸਾਨ ਦੇ ਵੱਲੋਂ ਮੁਕੰਮਲ ਬਿਜਲੀ ਸਪਲਾਈ ਨਾ ਕਰਨ ਦੇ ਰੋਸ ਵਜੋਂ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ 8 ਘੰਟੇ ਬਿਜਲੀ ਦੇਣ ਦੀ ਗੱਲ ਕਹੀ ਗਈ ਸੀ, ਪਰ ਮਹਿਜ਼ 2 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ, ਜਿਸ ਕਰਕੇ ਝੋਨਾ ਕੱਟਣ ਅਤੇ ਸਿੰਚਾਈ ਦੇ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਹੈ। ਦੂਜੇ ਪਾਸੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੇ ਵਿੱਚ ਦਿੱਕਤ ਸਿਰਫ ਜਗਰਾਉਂ ਦੇ ਵਿੱਚ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚ ਆ ਰਹੀ ਹੈ ਅਤੇ ਉਹਨਾਂ ਦੇ ਵੱਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਵੀ ਕਿਸਾਨਾਂ ਦੀ ਸਮੱਸਿਆ ਬਾਰੇ ਸੂਚਿਤ ਕੀਤਾ ਗਿਆ। ਜਿਹੜਾ ਸਭ ਤੋਂ ਵੱਡਾ ਮਕਸਦ ਆ, ਪਿੰਡ ਸਾਰੇ ਜਿੰਨੇ ਵੀ ਆਪਣੇ ਜਗਰਾਉਂ ਇਲਾਕੇ ਦੇ ਪੈਂਦੇ ਆ, ਜਿਹੜੀ ਬਿਜਲੀ ਦੀ ਸਪਲਾਈ ਆ, ਸਰਕਾਰ ਨੇ ਵਾਅਦਾ ਕੀਤਾ ਸੀ, ਪ੍ਰੋਮਿਸ ਕੀਤਾ ਸੀਗਾ ਵੀ 8 ਘੰਟੇ ਅਸੀਂ ਯਕੀਨਨ ਸਪਲਾਈ ਦਵਾਵਾਂਗੇ। ਉਹ ਜਿਹੜੀ ਸਪਲਾਈ ਦੇ ਵਿੱਚ ਵੱਧ ਆ ਰਹੀ ਆ, 2 ਘੰਟੇ 1.5 ਘੰਟੇ ਉਹਦੇ ਵੀ ਕੱਟ ਲੱਗ ਰਿਹਾ, ਕਿਤੇ 10 ਮਿੰਟ ਬਾਅਦ, ਕਿਤੇ 20 ਮਿੰਟ ਬਾਅਦ। ਕਿਸਾਨ ਖੱਜਲ ਖਵਾਰ ਹੋ ਰਹੇ ਆ, ਰਾਤਾਂ ਨੂੰ ਜਾਗ ਰਹੇ ਆ, ਫਿਰ ਆਪਦੇ ਕੰਮ ਵੀ ਕਰਨੇ ਹੁੰਦੇ ਆ। ਉਹਦੇ ਰੋਸ ਮਾਰੇ ਅੱਜ ਸਾਰੇ ਕਿਸਾਨ ਆਪਣੇ ਇਲਾਕੇ ਦੇ ਇੱਥੇ ਆਏ ਨੇ ਐਕਸੀਅਨ ਦਫ਼ਤਰ ਸਾਹਿਬ ਕੋਲੇ ਆਪਦਾ ਰੋਸ ਦਰਜ ਕਰਾਉਣ ਵੀ ਜਿਹੜੀ ਬਿਜਲੀ ਦੀ ਸਪਲਾਈ ਸਰਕਾਰ ਵੱਲੋਂ ਕਹੀ ਗਈ ਆ ਵੀ ਸਰਕਾਰ ਕਮ ਸੇ ਕਮ ਉਹਦੇ ਤੇ ਤਾਂ ਪੂਰਾ ਉਤਰ ਕੇ ਉਹ ਤਾਂ ਯਕੀਨਨ ਬਣਾਵੇ, 8 ਘੰਟੇ ਸਪਲਾਈ ਬਣਾਵੇ। ਹੁਣ ਦੇਖੋ ਝੋਨੇ 'ਚ ਦਾਣਾ ਪੈਣ ਵਾਲਾ ਵਾ, ਜੇ ਅੱਜ ਹੁਣ ਇਹ ਸੋਕਾ ਮਾਰ ਗਿਆ ਜਾਂ ਹੋਰ ਦਾਣਾ ਨਾ ਪਿਆ, ਝਾੜ ਘਟ ਗਿਆ, ਉਹਦਾ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਕਿਸਾਨਾਂ ਨੂੰ ਵੱਡੇ ਪੱਧਰ ਤੇ। ਉਹ ਅੱਗੇ ਨਰਮੇ ਦਾ ਨੁਕਸਾਨ ਚੱਲ ਚੁੱਕੇ ਆ, 5 ਉਹਨਾਂ ਨੇ ਆਪਣੇ ਆਪ ਨੂੰ ਫਾਂਸੀ ਲਾ ਲਈ ਆ, ਆਪਣੀ ਆਤਮ ਹੱਤਿਆ ਕਰ ਲਈ। ਹੁਣ ਕਿਸਾਨ ਇੰਨੇ ਦੁਖੀ ਨੇ ਵੀ ਆਤਮ ਹੱਤਿਆ ਤੱਕ ਗੱਲ ਪਹੁੰਚੀ ਪਈ ਆ। ਪਰ ਜੇ ਪ੍ਰਸ਼ਾਸਨ ਦੇ ਫਿਰ ਵੀ ਇਹ ਕੰਨਾਂ 'ਚ ਜੂੰ ਨਹੀਂ ਸਰਕਦੀ, ਇਹਦਾ ਮਤਲਬ ਤਾਂ ਅਸੀਂ ਦੇਖਾਂਗੇ ਵੀ ਜੇ ਚਾਹੇ ਉਹ ਪੰਜਾਬ ਦੀ ਸਰਕਾਰ ਆ, ਚਾਹੇ ਉਹ ਸੈਂਟਰ ਦੀ ਸਰਕਾਰ ਆ, ਉਹ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨਾਂ ਦੇ ਵਿਰੋਧ 'ਚ ਨੇ। ਕਿਸਾਨ ਪੱਖੀ ਨਹੀਂ ਗਈਆਂ, ਕਿਸਾਨਾਂ ਦਾ ਅਤਿਆਚਾਰ ਕਰਨਾ ਚਾਹੁੰਦੇ ਆ, ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਦਬਾ ਕੇ ਮਾਰ ਕੇ ਖਤਮ ਕਰਨਾ ਚਾਹੁੰਦੇ ਆ। ਪਰਸੋਂ ਧਰਨੇ ਲੱਗੇ ਆ ਜੀ, ਪਿੰਡਾਂ ਦੇ ਵਿੱਚ ਅੱਜ ਵੀ ਲੱਗੇ, ਅੱਜ ਲੱਖਾ ਰੜ ਕੇ ਰਿਹਾ ਹੋਇਆ, ਕੱਲ ਸੁਧਾਰ ਲੱਗਿਆ ਸੀ ਤੇ ਅੱਜ ਗੱਲ ਵੀ ਲੱਗਿਆ ਹੋਇਆ। ਅੱਜ ਅਸੀਂ ਇੱਥੇ ਦਫ਼ਤਰ ਦਾ ਘਿਰਾਓ ਕੀਤਾ ਹੋਇਆ ਵਾ। ਅਸੀਂ ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਣਗੇ, ਨਹੀਂ ਅਸੀਂ ਇੱਥੇ ਲਗਾਤਾਰ ਬੈਠੇ ਰਵਾਂਗੇ, ਕਿਉਂਕਿ ਸਮੱਸਿਆ ਬਹੁਤ ਜ਼ਿਆਦੀ ਆ। ਡੀਜ਼ਲ ਵੀ ਮਹਿੰਗਾ ਵਾ ਤੇ ਟਰੈਕਟਰ ਨਾਲ ਜਨਰੇਟਰ ਨਾਲ ਝੋਨਾ ਪਾਲਿਆ ਨਹੀਂ ਜਾ ਸਕਦਾ। ਸਿਰਫ 1 ਹਫ਼ਤੇ ਲਾਈਟ ਚਾਹੀਦੀ ਆ। ਦੇਖੋ ਜਿਹੜਾ ਇਹ ਪਾਵਰ ਕੱਟ ਲੱਗ ਰਿਹਾ ਪਟਿਆਲੇ ਤੋਂ ਲੋਕਲ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਉਹ ਅਸੀਂ ਉੱਥੇ ਉਸ ਦਫ਼ਤਰ ਨਾਲ ਲਿਖ ਕੇ ਵੀ ਜਵਾਨੀ ਵੀ ਗੱਲ ਕਰ ਰਹੇ ਹਾਂ, ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਨੂੰ ਜਿੰਨੀ ਬਣਦੀ ਬਿਜਲੀ ਆ ਉਹ ਦਿੱਤੀ ਜਾ ਸਕੇ। ਕਾਰਨ ਕੀ ਹੈ ਜੀ? ਕਾਰਨ ਕੀ ਹੈ? ਕਾਰਨ ਦੇਖੋ ਜੀ, ਪੀਸੀ ਆਫਿਸ ਪਟਿਆਲਾ ਉਹਨਾਂ ਨੇ ਸਾਰੇ ਪੰਜਾਬ ਨੂੰ ਕੰਟਰੋਲ ਕਰਨਾ ਹੈਗਾ, ਉਹਨਾਂ ਨੇ ਸਪਲਾਈ ਤੇ ਡਿਮਾਂਡ ਦੇ ਹਿਸਾਬ ਨਾਲ ਮੈਚ ਕਰਨਾ ਹੁੰਦਾ ਹੈਗਾ। ਪਿੱਛੋਂ ਜੋ ਅਸੀਂ ਮਤਲਬ ਪਤਾ ਲੱਗਦਾ ਹੈਗਾ ਵੀ ਇਹ ਪਿੱਛੇ ਕੋਈ ਕੋਲੇ ਦੀ ਘਾਟ ਕਰਕੇ ਸ਼ਾਇਦ ਹੋ ਸਕਦਾ ਹੈਗਾ। ਅਸੀਂ ਉਹਨਾਂ ਨਾਲ ਇਹਨਾਂ ਦੀ ਜੋ ਜਾਇਜ਼ ਮੰਗ ਹੈ ਉੱਥੇ ਤੱਕ ਪਹੁੰਚਾ ਦਿੱਤੀ ਹੈ। ਉਮੀਦ ਹੈ ਕਿ ਇਹਦਾ ਹੱਲ ਹੋ ਜਾਏਗਾ। ਕਿੰਨੀ ਕੁ ਜਲਦੀ ਹੋ ਸਕਦਾ? ਅਸੀਂ ਦੇਖੋ ਜੀ ਫੈਸਲਾ ਉਹਨਾਂ ਨੇ ਕਰਨਾ, ਅਸੀਂ ਤਾਂ ਇਹਨੂੰ ਫੋਲੋ। ਕਿਉਂਕਿ ਅੱਜ ਜਿਹੜਾ ਫਸਲ ਆ ਜਿਹੜੀ ਖਰਾਬ ਹੋ ਰਹੀ ਆ, ਅਖੀਰ ਦੇ ਵਿੱਚ ਫਸਲ ਆਈ ਹੋਈ ਆ, ਤੇ ਪਹਿਲਾਂ 8 ਘੰਟੇ ਬਿਜਲੀ ਪੂਰਨ ਤੌਰ ਤੇ ਆਈ ਆ, ਤੇ ਅੱਜ ਕੀ ਕਾਰਨ ਹੋ ਗਿਆ? ਕਿਉਂ ਆ ਕਿ ਸਰਕਾਰਾਂ ਦੀ ਉੱਪਰਲੀਆਂ ਦੀ ਕੋਈ ਚਾਲ ਤਾਂ ਨਹੀਂ? ਇਹਦੇ ਬਾਰੇ ਮੈਂ ਨਹੀਂ ਕਮੈਂਟ ਕਰ ਸਕਦਾ। ਇਹਦੇ 'ਚ ਤਾਂ ਇਹੀ ਹੈ ਵੀ ਜਿਹੜਾ ਪੀਸੀ ਆਫਿਸ ਪਟਿਆਲਾ ਹੈ ਉੱਥੋਂ ਇਹ ਪਾਵਰ ਰੈਗੂਲੇਟ ਹੁੰਦੀ ਹੈ, ਉਹੀ ਡਿਸਾਈਡ ਕਰਦੇ ਨੇ ਕਿਹੜੇ ਪਾਸੇ ਹੈ, ਔਰ ਸਾਰੇ ਪੰਜਾਬ ਦਾ ਮਸਲਾ ਹੈਗਾ, ਇਕੱਲਾ ਆਪਣਾ ਜਗਰਾਉਂ ਦਾ ਮਸਲਾ ਨਹੀਂ ਹੈਗਾ। ਲੁਧਿਆਣਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਕਾਲੀ ਆਗੂਆਂ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ। ਇਸ ਮੌਕੇ ਹਲਕਾ ਕੇਂਦਰੀ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ। ਮੀਟਿੰਗ ਦੀ ਅਗਵਾਈ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਹਰਭਜਨ ਸਿੰਘ ਡੰਗ ਦੇ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਦੁਆਰਾ ਸਰਵਾਈ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਅੱਜ ਦੀ ਮੀਟਿੰਗ ਦਾ ਆਯੋਜਨ ਅਤੀ ਸਤਿਕਾਰਯੋਗ ਮੇਰੇ ਵੀਰ ਹਰਭਜਨ ਸਿੰਘ ਜੀ ਡੰਗ ਨੇ ਜੋ ਮੀਟਿੰਗ ਬੁਲਾ ਕੇ ਅਹੁਦੇਦਾਰ ਸਾਹਿਬਾਨ ਦੇ ਜੋ ਵਿਸ਼ਵਾਸ ਦੇ ਲਈ ਸਾਰਿਆਂ ਦਾ ਇਕੱਠ ਕੀਤਾ। ਮੈਂ ਸਾਰੀਆਂ ਸੰਗਤਾਂ ਦਾ ਰਿਣੀ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਛੋਟੇ ਜਿਹੇ ਸਮੇਂ 'ਚ ਬਹੁਤ ਵੱਡਾ ਇਕੱਠ ਕਰਕੇ ਆਪਣੇ ਆਪਣੇ ਇਲਾਕੇ ਲਈ ਡਿਊਟੀਆਂ ਸੰਭਾਲੀਆਂ ਔਰ ਆਉਣ ਵਾਲੇ ਸਮੇਂ 'ਚ ਆਪਣਾ ਪੂਰਨ ਵਿਸ਼ਵਾਸ ਦਿਵਾਇਆ। ਅਸੀਂ ਆਪਣੇ ਆਪਣੇ ਹਲਕੇ ਦੇ ਵਿੱਚ ਇਸ ਇਲੈਕਸ਼ਨ ਨੂੰ ਤੁਹਾਡੀ ਪ੍ਰਿਤਪਾਲ ਸਿੰਘ ਦੀ ਇਲੈਕਸ਼ਨ ਨਹੀਂ, ਆਪਣੀ ਇਲੈਕਸ਼ਨ ਸਮਝ ਕੇ ਦਿਨ ਦੁਗਣੀ ਰਾਤ ਚੌਰਕੀ ਲਈ ਉਪਰਾਲਾ ਕਰਾਂਗੇ ਔਰ ਸਮੁੱਚੀਆਂ ਸੰਗਤਾਂ ਦਾ ਰਿਣੀ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਛੋਟੇ ਜਿਹੇ ਸਮੇਂ 'ਤੇ ਬਹੁਤ ਵੱਡਾ ਪਿਆਰ ਦਿੱਤਾ ਔਰ ਆਸ ਕਰਦਾ ਹਾਂ ਇਸੇ ਤਰ੍ਹਾਂ ਹੀ ਇਕੱਠ ਕਰਕੇ ਆਪਣੇ ਆਪਣੇ ਗਿਲੇ ਛਿਵਕੇ ਭੁਲਾ ਕੇ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਸੀਟਾਂ ਲਈ ਆਪਣਾ ਆਪਣਾ ਯੋਗਦਾਨ ਪਾਉਣਗੇ। ਸਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਦੇ ਆਦੇਸ਼ ਮੁਤਾਬਕ ਜਿਹੜਾ ਅਸੀਂ ਹਲਕਾ ਵਾਈਜ਼ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਅੱਜ ਅਸੀਂ ਹਲਕਾ ਸੈਂਟਰ ਦੇ ਵਿੱਚ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹਾਲ ਦੇ ਵਿੱਚ ਮੀਟਿੰਗ ਬੁਲਾਈ ਹੈ ਤੇ ਇਹਦੇ ਵਿੱਚ ਅਸੀਂ ਸਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਹੜਾ ਆਦੇਸ਼ ਹੈ
ਕਿ ਹਰ ਘਰ ਵਿੱਚ ਡੋਰ ਟੂ ਡੋਰ ਜਾ ਕੇ ਪ੍ਰਚਾਰ ਹੋਣਾ ਚਾਹੀਦਾ ਹੈ। ਉਹਦੇ ਲਈ ਅਸੀਂ ਅੱਜ ਮੀਟਿੰਗ ਬੁਲਾ ਕੇ ਵਰਕਰਾਂ ਨੂੰ ਹਦਾਇਤਾਂ ਦਿੱਤੀਆਂ, ਇਹ ਬੇਨਤੀ ਕੀਤੀ ਹੈ ਕਿ ਜਿਹੜੇ ਸਰਕਲ ਪ੍ਰਧਾਨ ਹੈ ਉਹ ਵਾਰਡ ਪ੍ਰਧਾਨਾਂ ਦੀ ਲਿਸਟ ਦੇਣ ਅਤੇ ਵਾਰਡ ਪ੍ਰਧਾਨਾਂ ਨੂੰ ਇਹ ਗੱਲ ਕਹੀ ਹੈ ਕਿ ਆਪਣੇ ਹਰ ਵਾਰਡ ਦੇ ਅੰਦਰ ਉਹ ਬੂਥ ਵਾਈਜ਼ ਜਿਹੜੀਆਂ ਮੀਟਿੰਗਾਂ ਉਹਦਾ ਸਿਲਸਿਲਾ ਸ਼ੁਰੂ ਹੋਵੇ। ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਰਦਾਰ ਬ੍ਰਿਜਪਾਲ ਸਿੰਘ ਜੀ ਜਿਹੜੇ ਕਿ ਗੁਰਦੁਆਰਾ ਦੁੱਗਣਵਾਰ ਸਾਹਿਬ ਦੇ ਪ੍ਰਧਾਨ ਹੈ, ਇੱਕ ਲੰਮੇ ਸਮੇਂ ਤੋਂ ਤਕਰੀਬਨ 35 ਸਾਲ ਤੋਂ ਇਸ ਸੰਸਥਾਨ ਦੀ ਉਹ ਸੇਵਾ ਕਰਦੇ ਆ ਰਹੇ ਹੈ। ਲੁਧਿਆਣਾ ਸਮਰਾਲਾ ਚੌਂਕ ਵਿਖੇ ਅਕਾਲੀ ਆਗੂਆਂ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ, ਜਿਸ ਦੀ ਅਗਵਾਈ ਅਕਾਲੀ ਆਗੂ ਪਰਮਜੀਤ ਓਬਰਾਏ ਦੇ ਵੱਲੋਂ ਕੀਤੀ ਗਈ। ਇਸ ਮੌਕੇ ਹਲਕਾ ਦੱਖਣੀ ਤੋਂ ਉਮੀਦਵਾਰ ਜੱਤਰ ਹੀਰਾ ਸਿੰਘ ਗਾਬੜੀਆ ਨੂੰ ਵੀ ਸਨਮਾਨਿਤ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਏ ਜੱਤਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਨੇ। ਉਹਨਾਂ ਦਾਅਵਾ ਕੀਤਾ ਹੈ ਕਿ ਆਉਂਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਸਪਾ ਦੀ ਹੀ ਜਿੱਤ ਹੋਵੇਗੀ। ਅਕਾਲੀ ਦਲ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ ਲੁਧਿਆਣੇ ਦੀਆਂ ਸਾਰੀਆਂ ਸੀਟਾਂ 'ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵਪਾਰੀ ਦੁਖੀ ਆ, ਇੰਡਸਟਰੀ ਵਾਲੇ ਦੁਖੀ ਨੇ, ਕਰਿਆਨੇ ਵਾਲੇ ਦੁਖੀ ਨੇ, ਮੁਲਾਜ਼ਮ ਦੁਖੀ ਨੇ ਔਰ ਉਹ ਸਾਰੇ ਵਾਰ-ਵਾਰ ਸੱਦ ਕੇ ਮੀਟਿੰਗਾਂ ਕਰ ਰਹੇ ਨੇ ਕਿ ਸਾਡੀ ਜਾਨ ਜਿਹੜੀ ਆ ਕਾਂਗਰਸ ਤੋਂ ਛਡਾਈ ਜਾਵੇ। ਕਾਂਗਰਸ ਨੇ 4.5 ਪੌਣੇ 5 ਸਾਲ ਕੀਤਾ ਹੀ ਕੱਖ ਨਹੀਂ ਔਰ ਲੋਕਾਂ ਦਾ ਖੂਨ ਚੂਸਿਆ ਇਹਨਾਂ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕੰਧ 'ਤੇ ਲਿਖਿਆ ਨਜ਼ਰ ਆ ਰਿਹਾ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਆ। ਤੋ ਇਹ ਖੁਸ਼ੀ ਦੀ ਲਹਿਰ ਆ, ਬੜਾ ਜਜ਼ਬਾ ਲੋਕਾਂ ਦੇ ਵਿੱਚ, ਉਤਸ਼ਾਹ ਆ ਔਰ ਮਹੱਲੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ। ਹੁਣੇ 1 ਵਜੇ ਅਸੀਂ ਪਹੁੰਚਣਾ ਹੈ, ਕਿਤੇ ਲੇਟ ਹੋ ਰਹੇ ਹਾਂ। ਤੋ ਇਸ ਕਰਕੇ ਮੈਂ ਸਮਝਦਾ ਕਿ ਹੁਣ ਸਾਰਾ ਘਰ ਹਰ ਬੰਦਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਗਿਆ। ਅਸੀਂ ਤਾਂ ਹਾਈ ਕਮਾਂਡ ਦਾ ਬਹੁਤ ਉਹਨਾਂ ਦਾ ਕਰਨਾ ਚਾਹੁੰਦੇ ਧੰਨਵਾਦ, ਜਿਹੜਾ ਕਿ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਨੂੰ ਹਲਕਾ ਦੱਖਣੀ ਤੋਂ ਟਿਕਟ ਦਿੱਤੀ ਹੈ। ਬਹੁਤ ਉਹਨਾਂ ਦਾ ਧੰਨਵਾਦ ਹੈ, ਕਿਉਂਕਿ ਪਿਛਲੇ 2007 ਤੋਂ ਲੈ ਕੇ 17 ਤੱਕ ਜਿੰਨੇ ਕੰਮ ਹੋਏ ਨੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ। ਤੁਸੀਂ ਦੇਖ ਸਕਦੇ ਹੋ ਲੋਕ ਐਡੇ ਦੁਖੀ ਨੇ, ਲੋਕ ਸੜਕਾਂ 'ਤੇ ਚੜ੍ਹੇ ਨੇ, ਟੈਂਕੀਆਂ 'ਤੇ ਚੜ੍ਹੇ ਪਏ ਨੇ, ਨਹਿਰਾਂ ਛਾਲਾਂ ਮਾਰਦੇ ਪਏ ਨੇ। ਲੋਕ ਚਾਹੁੰਦੇ ਨੇ ਕਿ ਚਾਹੁੰਦਾ ਹੈ ਪੰਜਾਬ ਅਕਾਲੀ ਦਲ ਦੀ ਸਰਕਾਰ, ਕਿਉਂਕਿ ਸਰਕਾਰ ਆਊਗੀ ਤੇ ਵਿਕਾਸ ਹੋਊਗਾ। ਨਹੀਂ ਤਾਂ ਲੋਕ ਐਡੇ ਦੁਖੀ ਨੇ। ਲੋਕਾਂ ਨੂੰ 5 ਸਾਲ ਆਪਣੇ ਪਹਿਲਾਂ ਵੀ ਉਹਨਾਂ ਨੇ ਖਰਾਬ ਕੀਤੇ ਨੇ, ਹੁਣ ਅੱਗੋਂ 5 ਸਾਲ ਨਾ ਖਰਾਬ ਕਰਿਓ। ਤੁਸੀਂ ਉਹਨਾਂ ਨੂੰ ਮੌਕਾ ਦਿਓ ਜਿਹੜੇ ਤੁਹਾਡੇ ਦੁੱਖ ਸੁੱਖ 'ਤੇ ਹਾਜ਼ਰ ਹੁੰਦੇ ਨੇ। ਪੰਜਾਬ ਦਾ ਜੋ ਵਿਕਾਸ ਕਰ ਸਕਦੇ ਉਹ ਅਕਾਲੀ ਦਲ ਹੀ ਕਰ ਸਕਦੀ ਹੈ। ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਅਤੇ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਸੀਵਰਮੈਨ ਇੰਪਲੋਈ ਯੂਨੀਅਨ ਲੁਧਿਆਣਾ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਸੀਵਰਮੈਨ ਇੰਪਲੋਈ ਯੂਨੀਅਨ ਦੇ ਦਰਜਾ 4 ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਸਬੰਧ ਅਤੇ ਹੋਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਜਲਦ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਵੀ ਸਮਾਂ ਮੰਗਿਆ ਗਿਆ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਲੁਧਿਆਣੇ ਦੇ ਵਿੱਚ ਸਾਡੇ ਵਿਜੇ ਕੁਮਾਰ ਸਾਥੀ ਜੀ ਨੇ ਮੀਟਿੰਗ ਰਖਾਈ, ਬੜੀ ਹੰਗਾਮੀ ਮੀਟਿੰਗ ਰਖਾਈ ਇਹਨਾਂ ਨੇ। ਪੰਜਾਬ ਦੇ ਲੋਕ ਵੱਖੋ-ਵੱਖ ਜਗ੍ਹਾਵਾਂ ਤੋਂ ਆਏ ਨੇ, ਜਿਹਦੇ ਵਿੱਚ ਅੱਜ ਕੋਈ ਫੈਸਲਾ ਲਵਾਂਗੇ ਕੋਈ ਵੀ ਜਿਹੜਾ ਸਰਕਾਰ ਨਾਲ ਕਿਸ ਤਰ੍ਹਾਂ ਨਿਭੜਨਾ। ਅੱਜ ਦੀ ਜਿਹੜੀ ਮੀਟਿੰਗ ਆ, ਮੈਂ ਇਹਨਾਂ ਨੂੰ ਦੱਸ ਦਿੰਦਾ ਵੀ ਅਸੀਂ ਓਮ ਪ੍ਰਕਾਸ਼ ਸੋਨੀ ਜੀ ਨੂੰ ਵਿੱਚ ਪਾਇਆਗਾ ਵੀ ਡਿਪਟੀ ਸੀਐਮ ਆ। ਅਸੀਂ ਕਹਿੰਦੇ ਸੀਐਮ ਸਾਹਿਬ ਕੋ ਮਾਨਯੋਗ ਸੀਐਮ ਸਾਹਿਬ ਕੋ ਸਾਨੂੰ ਟਾਈਮ ਲੈ ਕੇ ਸਾਡੇ ਨਾਲ ਮੀਟਿੰਗ ਕੀਤੀ ਜਾਵੇ। ਉਹਨਾਂ ਦਾ ਅੱਜ ਮੇਰੇ ਨਾਲ ਵਾਅਦਾ ਸੀ ਵੀ ਅੱਜ ਆ ਜਾ ਤੂੰ, ਤੇ ਅਸੀਂ ਪਹਿਲਾਂ ਉਹਨਾਂ ਨੇ ਬੁੱਧਵਾਰ ਦਾ ਟਾਈਮ ਦਿੱਤਾ ਸੀ ਸਾਨੂੰ, ਤੇ ਬੁੱਧਵਾਰ ਮੁੜ ਕੇ ਉਹ ਕਿਸਾਨ ਵੀਰ ਜਿਹੜੇ ਉਹ ਥੱਲੇ ਆ ਗਏ ਸੀ, ਉਹਨਾਂ ਕਰਕੇ ਉਹਨਾਂ ਦਾ ਸਾਰਿਆਂ ਦਾ ਧਿਆਨ ਉੱਧਰ ਹੋ ਗਿਆ। ਉਹਨਾਂ ਨੇ ਅੱਜ ਸੱਦਿਆ ਹੀ ਸਾਨੂੰ, ਪਰ ਅਸੀਂ ਅੱਜ ਲੁਧਿਆਣੇ ਆ ਗਏ। ਪੰਜਾਬ ਮਿਊਨਿਸਪਲ ਕਰਮਚਾਰੀ ਸੀਵਰਮੈਨ ਇੰਪਲਾਈ ਯੂਨੀਅਨ ਮੈਂ ਉਹਦਾ ਪ੍ਰਧਾਨ ਹਾਂ। ਅਸੀਂ ਪੂਰੇ ਅੱਜ ਦੀ ਮੀਟਿੰਗ ਜਿਹੜੇ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ ਜਿਹੜੇ ਕਰਮਚਾਰੀ ਕੱਚੇ ਤੌਰ 'ਤੇ ਜਾਂ ਡੀਸੀ ਰੇਟ 'ਤੇ ਕੰਮ ਕਰਦੇ ਆ, ਇਹਨਾਂ ਨੂੰ ਪੱਕੇ ਕਰਾਉਣ ਬਾਰੇ ਆ, ਅਤੇ ਪੁਰਾਣੀ ਪੈਨਸ਼ਨ ਆ ਜਿਹੜੀ 2004 ਤੋਂ ਪਹਿਲਾਂ ਦੀ ਉਹਨੂੰ ਲਾਗੂ ਕਰਾਉਣ ਲਈ ਆ, ਅਤੇ ਹੋਰ ਜਿਹੜੀਆਂ ਮੰਗਾਂ ਹੈਗੀਆਂ ਸਾਡੀਆਂ, ਇੱਕ ਸੀਵਰਮੈਨਾਂ ਨੂੰ ਟੈਕਨੀਕਲ ਸਕੇਲ ਦਿੱਤਾ ਜਾਵੇ, ਕਿਉਂਕਿ ਜਿਹੜੇ ਸੀਵਰ 'ਚ ਕੰਮ ਕਰਦੇ ਆ ਇਹ ਇੰਜੀਨੀਅਰ ਡਿਪਾਰਟਮੈਂਟ ਦੇ ਨਾਲ ਸੰਬੰਧ ਕੰਮ ਕਰਦੇ ਆ। ਦੂਸਰੀ ਇਹ ਗੱਲ ਆ ਵੀ ਪੂਰੇ ਪੰਜਾਬ ਦੇ ਵਿੱਚ ਅਸੀਂ ਮੰਗ ਕਰਦੇ ਹਾਂ
ਜਿਹੜੇ ਫਿਲਹਾਲ ਡੀਸੀ ਰੇਟ ਤੇ ਠੇਕੇਦਾਰੀ ਸਿਸਟਮ ਤੇ ਜਾਂ ਕੰਟਰੈਕਟ ਤੇ ਕੰਮ ਕਰ ਰਿਹਾ ਪੂਰੇ ਪੰਜਾਬ ਵਿੱਚ ਸਫਾਈ ਸੇਵਕ ਸੀਵਰਮੈਨ ਜਾਂ ਮਾਲੀ ਬੇਲਦਾਰ ਆ, ਉਹਨਾਂ ਨੂੰ ਜਿਹੜੀ ਕਿਰਤ ਵਿਭਾਗ ਦੇ ਨੋਟੀਫਿਕੇਸ਼ਨ ਮੁਤਾਬਕ, ਕਿਰਤ ਵਿਭਾਗ ਦੇ ਰੂਲਾਂ ਦੇ ਮੁਤਾਬਕ ਉਹਨਾਂ ਨੂੰ ਹਰ ਜਗ੍ਹਾ ਤੇ ਪੂਰੀ ਤਨਖਾਹ ਦਿੱਤੀ ਜਾਵੇ। ਲੁਧਿਆਣੇ ਦੇ ਭਾਈ ਰਣਧੀਰ ਸਿੰਘ ਨਗਰ ਇਲਾਕੇ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਨਾਲ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਹਨਾਂ ਦੀ ਮਨਸ਼ਾ ਹੈ ਕਿ ਉਹ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਨਿੱਜੀ ਤੌਰ ਤੇ ਸੰਗਤਾਂ ਦੇ ਵਿੱਚ ਵਿਚਰਨ, ਲੋਕਾਂ ਦੀਆਂ ਸਮੱਸਿਆਵਾਂ ਚੜ੍ਹਨ ਅਤੇ ਜਲਦ ਹੀ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਬਣਨ ਤੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਅਕਾਲੀ ਵਰਕਰ ਗੁਰਿੰਦਰਪਾਲ ਸਿੰਘ ਦੇ ਘਰ ਦੇ ਵਿੱਚ ਪਹੁੰਚ ਕੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਗੱਲ ਇਹ ਹੈ ਕਿ ਆਉਣ ਵਾਲੀਆਂ ਚੋਣਾਂ ਲਈ ਲੋਕਾਂ ਨਾਲ, ਸੰਗਤ ਨਾਲ ਸੰਪਰਕ ਕਰਨ ਲਈ ਮੇਰੀ ਆਪਣੀ ਦਿਲੀ ਇੱਛਾ ਹੈਗੀ ਆ ਕਿ ਜਦ ਸਾਡੇ ਕੋਲ 2-2.5-3 ਮਹੀਨਿਆਂ ਦਾ ਟਾਈਮ ਹੈ ਕਿ ਮੈਂ ਵੱਧ ਤੋਂ ਵੱਧ ਸੰਗਤ ਦੇ ਨਾਲ ਆਪ ਪਰਸਨਲੀ ਰੂਬਰੂ ਹੋ ਸਕਾਂ, ਕਿਉਂਕਿ ਉਹ ਪਿਛਲੇ ਸਮੇਂ ਦਾ ਇਲੈਕਸ਼ਨ ਸੀ ਜਦ ਰੈਲੀਆਂ ਹੋ ਕੇ ਪ੍ਰਚਾਰ ਹੋ ਜਾਂਦੇ ਸੀ। ਇਸ ਵਾਰੀ ਮੈਂ ਚਾਹੁੰਦਾ ਕਿ ਸੋਸ਼ਲ ਮੀਡੀਆ ਇੱਕ ਸਾਧਨ ਜ਼ਰੂਰ ਹੈ, ਪਰ ਜੋ ਸਾਹਮਣੇ ਬੈਠ ਕੇ ਗੱਲ ਹੁੰਦੀ ਹੈ ਉਹਦਾ ਨਜ਼ਾਰਾ ਲੈਦਾ ਹੀ ਹੈ। ਇਸ ਕਰਕੇ ਉਸ ਦੌਰ ਵਿੱਚ ਅੱਜ ਗੁਰਿੰਦਰਪਾਲ ਸਿੰਘ ਪੱਪੂ ਨੇ ਇੱਥੇ ਭਾਈ ਰਣਧੀਰ ਸਿੰਘ ਦੀ ਸੰਗਤ ਨਾਲ ਮਿਲਣ ਦਾ ਮੌਕਾ ਦਿੱਤਾ, ਉਸ ਲਈ ਮੈਂ ਇੱਥੇ ਹਾਜ਼ਰ ਹੋਇਆ। ਅੱਜ ਸਾਡੇ ਅਕਾਲੀ ਦਲ ਦੇ ਰੋਸ਼ਨ ਦਿਮਾਗ ਅਤੇ ਸੀਨੀਅਰ ਮੋਸਟ ਮਾਨਯੋਗ ਸਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਸਾਡੇ ਇਲਾਕੇ ਦੀ ਸੰਗਤ ਨਾਲ ਰੂਬਰੂ ਹੋਣ ਲਈ ਆਏ ਨੇ, ਔਰ ਮੈਂ ਸਮਝਦਾ ਹਾਂ ਸਾਡੇ ਇਲਾਕੇ ਦੀ ਸਾਰੀ ਸੰਗਤ ਜਿਹੜੇ ਕਿ ਸਾਡੇ ਆਗੂ ਮੰਨੇ ਗਏ ਨੇ ਉਹ ਸਾਰੇ ਉਹਨਾਂ ਨੂੰ ਅੱਜ ਜੀ ਆਇਆਂ ਨੂੰ ਇੱਥੇ ਇਕੱਠੇ ਹੋਏ ਨੇ। ਔਰ ਅਸੀਂ ਜਦੋਂ ਗੱਲਾਂ ਕਰਦੇ ਹਾਂ ਕਿ ਸਰ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਸ਼ਖਸੀਅਤ ਹੈ ਜਿਹੜੀ ਕਹਿਣੀ ਤੇ ਕਥਨੀ ਤੇ ਇੱਕ ਨੇ, ਔਰ ਅੱਜ ਤੱਕ ਉਹਨਾਂ ਦੀ ਜਿਹੜੀ ਸਕਿਨ ਹੈ ਉਹ ਸੇਫ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਸਰ ਮਹੇਸ਼ਿੰਦਰ ਸਿੰਘ ਨੇ ਕਿਸੇ ਦਾ ਕੰਮ ਕਰਾ ਕੇ ਕਿਸੇ ਦੇ ਕੋਈ ਵਿਗਾੜ ਪਾਈ ਹੋਵੇ ਜਾਂ ਕਿਸੇ ਨੂੰ ਕੋਈ ਨਜਾਇਜ਼ ਕੀਤੀ ਹੋਵੇ। ਔਰ ਅਸੀਂ ਚਾਹਾਂਗੇ ਕਿ ਇਸ ਵਾਰ ਸਾਰੇ ਰਲ ਮਿਲ ਕੇ ਪੂਰਾ ਜ਼ੋਰ ਲਗਾ ਕੇ ਜਿਹੜਾ ਉਹਦਾ ਹੰਕਾਰ ਹੈ ਵਿਰੋਧੀ ਪਾਰਟੀਆਂ ਦਾ ਉਹ ਤੋੜ ਸਕੀਏ। ਤੇ ਅਗਲੀ ਖਬਰ ਖੰਨਾ ਤੋਂ, ਜਿੱਥੇ ਕਿ ਸਾਬਕਾ ਕੈਬਨਿਟ ਮੰਤਰੀ ਕਰਮ ਸਿੰਘ ਗਿੱਲ ਦੀ ਬੇਟੀ ਰਮਨੀਕ ਗਰੇਵਾਲ ਨੇ 2022 ਦੀਆਂ ਚੋਣਾਂ ਦੇ ਵਿੱਚ ਖੰਨਾ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਦੱਸੀ ਹੈ ਕਿ ਖੰਨਾ ਤੋਂ ਮੌਜੂਦਾ ਵਿਧਾਇਕ ਗੁਰਕਿਰਤ ਸਿੰਘ ਕੋਟਲੀ ਹਨ, ਜਿਨ੍ਹਾਂ ਨੇ 2017 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਖੰਨਾ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਰਮਨੀਕ ਕੌਰ ਗਰੇਵਾਲ ਦੀ ਦਾਅਵੇਦਾਰੀ ਤੋਂ ਬਾਅਦ ਹੁਣ ਗੁਰਕਿਰਤ ਕੋਟਲੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਪਿਛਲੇ ਕਾਫੀ ਦੇਰ ਤੋਂ ਮੈਂ ਇੱਥੇ ਚੀਜ਼ਾਂ ਪਤਾ ਕਰ ਰਹੀ ਸੀ, ਦੇਖ ਰਹੀ ਸੀ, ਸੁਣ ਰਹੀ ਸੀ। ਬੜਾ ਕੁਝ ਹੋ ਰਿਹਾ ਸੀ ਵੀ ਸ਼ਹਿਰ ਦਾ ਹਾਲਤ ਖਰਾਬ ਹੋ ਰਹੀ ਹੈ, ਜਿਹੜੀ ਕਿ ਮੇਰੇ ਤੋਂ ਨਹੀਂ ਸਿਆ ਗਿਆ। 5-6 ਮਹੀਨੇ ਤੱਕ ਘਰ ਬੈਠੀ ਮੈਂ ਸੋਚੀ ਗਈ ਵੀ ਮੈਂ ਕੀ ਕਰਾਂ, ਕਿਵੇਂ ਹੋਈਏ, ਸੁਣ ਕੇ ਮਨ ਵੀ ਖਰਾਬ ਹੋਵੇ। ਪਰ ਫਿਰ ਇੱਕਦਮ ਉੱਠ ਕੇ ਮੈਂ ਖੜੀ ਹੋ ਗਈ। ਜੇ ਸਾਰੇ ਅੰਦਰ ਬੈਠ ਕੇ ਆਪਾਂ ਰੌਲਾ ਪਾਈ ਗਏ, ਕੋਈ ਬਾਹਰ ਨਿਕਲ ਕੇ ਸਾਹਮਣੇ ਆਇਆ ਹੀ ਨਾ, ਫਿਰ ਸੁਧਾਰ ਨਹੀਂ ਹੋਣੇ। ਅੱਜ ਮੈਂ ਤੁਹਾਡੇ ਸਾਹਮਣੇ ਸਾਰਿਆਂ ਲਈ ਇਸ ਲਈ ਆਈ ਹਾਂ ਕਿਉਂਕਿ ਸਾਰਿਆਂ ਨੂੰ ਉਰੋਂ ਬਹੁਤ ਵਹਿਮ ਸੀ, ਡਾਊਟ ਸੀ ਮੇਰੀ ਪਹਿਲੀ ਅਨਾਉਂਸਮੈਂਟ ਤੋਂ ਬਾਅਦ ਵੀ ਸ਼ਾਇਦ ਇਹ ਸੱਚ ਵੀ ਹੈ ਕਿ ਨਹੀਂ। 100% ਇਹ ਸੱਚ ਹੈ। 15-20 ਦਿਨਾਂ 'ਚ ਆਪਾਂ ਅਗਲੀ ਜਿਹੜੀ ਵੀ ਆਪਣੀ ਕਾਨਫਰੰਸ ਕਰਾਂਗੇ ਉਹਦੇ 'ਚ ਅਨਾਉਂਸਮੈਂਟ ਦੂਜੀ ਜਿਹੜੀ ਵੀ ਪਾਰਟੀ ਹੈਗੀ ਆਪਾਂ ਉਹ ਵੀ ਕਰ ਦਾਂਗੇ। ਹਜੇ ਫਿਲਹਾਲ ਤੁਹਾਡਾ ਮੈਂ ਵਹਿਮ ਸਾਰਾ ਕਲੀਅਰ ਕਰਨ ਆਈ ਹਾਂ ਵੀ ਮੈਂ ਆ ਰਹੀ ਹਾਂ, ਮੈਂ ਲੜ ਰਹੀ ਹਾਂ, ਮੈਂ ਆਪਣੇ ਸ਼ਹਿਰ ਲਈ ਕੁਝ ਕਰਨ ਆ ਰਹੀ ਹਾਂ। ਇਸ ਸ਼ਹਿਰ ਦਾ ਜੋ ਵੀ ਹਾਲ ਹੋਇਆ ਹੈ ਉਹ ਨਾ ਤੁਹਾਡੇ ਤੋਂ ਛੁਪਿਆ ਹੈ ਨਾ ਮੇਰੇ ਤੋਂ ਛੁਪਿਆ ਹੋਇਆ ਹੈ। ਸੋ ਉਹਨੂੰ ਆਪਾਂ ਕੱਢ ਕੇ, ਇੱਕ ਤਾਂ ਪਹਿਲੀ ਚੀਜ਼ ਮੈਂ ਬਾਰ-ਬਾਰ ਇਹ ਕਹਿਣੀ ਆ ਵੀ ਮੈਂ ਨਹੀਂ ਆ ਰਹੀ, ਮੈਂ ਤੁਹਾਡਾ ਸਭ ਦਾ ਹੱਥ ਫੜਨ ਆਈ ਹਾਂ। ਇਹ ਆਪਾਂ ਹੁਣ ਆਪਾਂ ਦੀ ਟੀਮ ਬਣਾਈਏ। ਜਦ ਤੱਕ ਆਪਾਂ ਮੈਂ ਰਹਾਂਗੇ ਨਹੀਂ ਸੁਧਾਰ ਹੋਣਾ। ਸੋ ਕੋਈ ਵੀ ਬੰਦਾ ਆਂਦਾ ਜੇ ਉਹ ਕਹੂਗਾ ਵੀ ਆਪਾਂ ਰਲ ਕੇ ਕੰਮ ਕਰਨਾ ਹੈ, ਸੁਧਾਰ ਹੀ ਸੁਧਾਰ ਹੈ, ਕੋਈ ਰੋਕ ਨਹੀਂ ਸਕਦਾ ਉਸ ਚੀਜ਼ ਨੂੰ। ਲੁਧਿਆਣੇ ਦੇ ਬੱਸ ਸਟੈਂਡ ਨਜ਼ਦੀਕ ਬਾਜ਼ਾਰ ਦੇ ਦੁਕਾਨਦਾਰਾਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਲੱਗ ਰਹੇ ਲੋਹੇ ਦੇ ਐਂਗਲਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਲੋਹੇ ਦਾ ਐਂਗਲ ਲੱਗਣ ਦੇ ਨਾਲ ਉਹਨਾਂ ਦੇ ਕਾਰੋਬਾਰ ਦੇ ਉੱਪਰ ਕਾਫੀ ਅਸਰ ਪੈ ਰਿਹਾ, ਜਿਸ ਨੂੰ ਲੈ ਕੇ ਉਹਨਾਂ ਧਰਨਾ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਲੋਹੇ ਦੇ ਐਂਗਲਾਂ ਨੂੰ ਇੱਥੋਂ ਜਲਦ ਤੋਂ ਜਲਦ ਹਟਾਇਆ ਜਾਵੇ। ਵਾਢੀ ਦੀ ਵਰਕਸ਼ਾਪ ਹੈ ਜੀ ਸਾਡੀ 40 ਸਾਲ ਤੋਂ ਹੀ, ਤੇ ਇੱਥੇ ਵਾਢੀ ਦਾ ਰਿਪੇਅਰ ਦਾ ਕੰਮ ਕਰਦਾ ਸੀ। ਗੱਡੀਆਂ ਆਉਂਦੀਆਂ ਸੀਗੀਆਂ, ਛੋਟਾ ਮੋਟਾ ਟੁੱਟ ਭੱਜਦਾ ਸੀ, ਰਿਪੇਅਰ ਕਰਦੇ, ਡੈਂਟਿੰਗ ਪੈਂਟਿੰਗ ਦਾ ਕੰਮ ਸੀ ਸਾਡਾ ਜੀ। ਤੇ ਇਹਨਾਂ ਨੇ ਬੰਦ ਕਰਤਾ ਜਮਾ ਦੇ ਲੈਣ ਲਾ ਕੇ, ਗੱਡੀ ਕੋਈ ਆਉਂਦੀ ਨਹੀਂ ਹੈਗੀ, ਕਾਰੋਬਾਰ ਬੰਦ ਹੋ ਗਿਆ ਸਾਡੇ 40 ਸਾਲ ਤੋਂ ਹੀ। ਕਿੰਨੇ ਦਿਨਾਂ ਤੋਂ ਲੱਗਾ ਜੀ ਐਂਗਲ? 4-5 ਦਿਨ ਹੋ ਗਏ। ਕਿੰਨਾ ਕੁ ਫਰਕ ਪੈ ਰਿਹਾ ਕੰਮ ਜਮਾ ਤੇ ਬੰਦ ਹੋ ਗਏ, ਗੱਡੀ ਨਹੀਂ ਆਉਂਦੀ ਹੈ, ਕੰਮ ਕਿੱਥੇ ਆਊਗਾ ਜੀ? ਗੱਡੀ ਆਊਗੀ ਤਾਂ ਕੰਮ ਹੋਊਗਾ। ਮੰਗ ਕਰਦੇ ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੀ? ਸਾਡੇ ਆਹ ਗਾਡਰ ਪੱਟੇ ਜਾਣ ਤੇ ਕਾਰੋਬਾਰ ਚਾਲੂ ਹੋਵੇ ਸਾਡਾ। ਇਸ ਰਿਗਾਰਡਿੰਗ ਤੁਸੀਂ ਕਿਸੇ ਨੂੰ ਮਿਲੇ ਹੋ ਜਾਂ ਮਿਲਣਾ ਹੈ?
ਮਿਲਣਾ ਹੀ ਹੁਣ ਆਉਂਦੇ ਆ ਕਹਿ ਕੇ ਚੱਲ ਜਾਂਦੇ ਮੀਟਿੰਗ ਕਰਾਂਗੇ, ਮੀਟਿੰਗ ਕੋਈ ਨਹੀਂ ਕਰਦਾ ਹੈਗਾ ਕੌਣ ਕਹਿੰਦਾ? ਆਪਣੇ ਦੂਏ ਇੰਪਰੂਵਮੈਂਟ ਟਰਸਟ ਵਾਲੇ 18 ਨੰਬਰ ਦੁਕਾਨ ਹੈ ਮੇਰੀ। ਦਿੱਕਤ ਕੀ ਆ ਰਹੀ ਜਿਹੜੀ ਦਿੱਕਤ ਇਹ ਐਂਗਲ ਜਿਹੜੇ ਹੈ ਸਾਨੂੰ ਇਸੇ ਬਹੁਤ ਪ੍ਰੋਬਲਮ ਆ ਰਹੀ ਹੈ, ਕਿਉਂਕਿ ਸਾਡੀ ਰੋਜ਼ਗਾਰ ਇੱਥੇ ਹੀ ਸਾਡਾ ਖਾਣਾ ਨੂੰ ਮਿੱਠੋਂ ਮਿਲਦਾ ਨਹੀਂ। ਬੱਸਾਂ ਬੰਦ ਹੋਣਗੇ ਸਾਨੂੰ ਸਾਰਾ ਕੰਮ ਬੰਦ ਹੋ ਗਿਆ ਉਰੇ, ਤੇ ਜਿਸ ਕਰਕੇ ਸਾਨੂੰ ਪ੍ਰੋਬਲਮ ਬਣ ਗਿਆ, ਇਹਨੂੰ ਹਟਾਇਆ ਜਾਵੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਇਹਨੂੰ ਹਟਾਇਆ ਜਾਵੇ। ਸਾਡੀ 50 ਦੁਕਾਨਾਂ ਸਾਨੂੰ ਸਾਰਾ ਰੋਜ਼ਗਾਰ ਇੱਥੋਂ ਹੀ ਮਿਲਦਾ ਸੀ। ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਿਓ ਸੀ ਇਹਦੇ ਬਾਰੇ? ਐਮਐਲਏ ਨੂੰ ਜਾਂ ਐਮਐਲਏ ਨੂੰ ਮਿਲਾਂਗੇ, ਪਹਿਲਾਂ ਅਸੀਂ ਏਅਰਪੋਰਟਾਂ ਕੱਲ੍ਹ ਹੀ, ਫਿਰ ਐਮਐਲਏ ਨੂੰ ਮਿਲਦੇ ਆਪਾਂ ਜਾ ਕੇ, ਕਾਸ਼ੂ ਨੂੰ ਮਿਲਾਂਗੇ ਜਾ ਕੇ ਅਸੀਂ। ਠੀਕ ਹੈ ਜੀ। ਤੇ ਉਧਰ ਪੰਜਾਬ ਦੇ ਨਾਮਵਰ ਹਸਪਤਾਲ ਦੇਸ਼ ਭਗਤ ਮੰਡੀ ਗੋਬਿੰਦਗੜ੍ਹ ਦੇ ਵੱਲੋਂ ਖੰਨਾ ਦੇ ਵਿੱਚ ਮੁਫਤ ਆਯੁਰਵੈਦਿਕ ਪੰਚਕਰਮਾ ਕੈਂਪ ਲਗਾਇਆ ਗਿਆ। ਕੈਂਪ ਦੇ ਵਿੱਚ ਪਹੁੰਚੀ ਡਾਕਟਰ ਉਰਵੀ ਛਾਬੜਾ ਨੇ ਦੱਸਿਆ ਕਿ ਪੰਚਕਰਮਾ ਆਯੁਰਵੈਦਿਕ ਲਗਭਗ 5000 ਸਾਲ ਪੁਰਾਣਾ ਇਲਾਜ ਹੈ। ਇਸ ਵਿਧੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨਾ ਬਹੁਤ ਹੀ ਲਾਹੇਵੰਦ ਸਾਬਿਤ ਹੁੰਦਾ ਹੈ ਅਤੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਸ ਕੈਂਪ ਦੇ ਵਿੱਚ ਪਹੁੰਚੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ हैं। सत श्री अकाल जी, नमस्कार सभी लोगों को। मैं डॉक्टर उर्वी चावड़ा देश भगत आयुर्वेद कॉलेज एंड हॉस्पिटल से आ रही हूँ और मैं डिपार्टमेंट ऑफ पंचकर्मा की हेड हूँ और इंचार्ज हूँ। आज हम लोग यहाँ पे इकट्ठा हुए हैं जोशी सर के क्लिनिक पे, मैम के क्लिनिक पे एक पंचकर्मा फ्री मेडिकल कैंप के लिए हम लोग सभी एकत्रित हुए हैं और आज हम पंचकर्मा की जो है वो फ्री सेवाएं देंगे, सभी लोगों को एक डेमोन्स्ट्रेशन देंगे। पंचकर्मा जो है वो आयुर्वेदा का एक पार्ट है और आयुर्वेदा जो है वो 5000 पुराना साइंस है और ये काफ़ी शरीर के लिए उपयोगी है और हर एक रोग का इलाज हमारे पास है। पंचकर्मा एक पद्धति बहुत ही अच्छी जो है वो आयुर्वेदा का एक हिस्सा है और आज पंचकर्मा फ्री कैंप के द्वारा मैं सभी लोगों की सहायता करने के लिए आई हूँ और हम अपना योगदान देंगे इसमें और सभी लोगों को फ्री दवाइयों का वितरण करेंगे और इसके द्वारा हमारी कोशिश ये है कि हम आयुर्वेदा का प्रचार करें समाज के अंदर। ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲਗਾਤਾਰ ਜਿਹੜਾ ਇਸ ਇਲਾਕੇ ਦੇ ਵਿੱਚ ਜੋ ਦੇਸ਼ ਭਗਤ ਯੂਨੀਵਰਸਿਟੀ ਦਾ ਫਤਿਹਗੜ੍ਹ ਏਰੀਆ ਲਗਾਤਾਰ ਕੈਂਪ ਲੱਗ ਰਹੇ ਨੇ ਔਰ ਇਹ ਜੋ ਕੈਂਪ ਅੱਜ ਇੱਥੇ ਖੰਨਾ ਸ਼ਹਿਰ 'ਚ ਲੱਗ ਰਿਹਾ ਜੋਸ਼ੀ ਕਲੀਨਿਕ ਤੇ ਸਾਡੇ ਤੇ ਇਹ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਚਾਂਸਲਰ ਐਡਵੋਕੇਟ ਚਾਂਸਲਰ ਡਾਕਟਰ ਜੋਰਾ ਸਿੰਘ ਜੀ ਦੀ ਰਹਿਨੁਮਾਈ 'ਚ ਔਰ ਪੰਚਕਰਮਾ ਆਯੁਰਵੇਦ ਦਾ ਇੱਕ ਬਹੁਤ ਐਡਵਾਂਸਡ ਟ੍ਰੀਟਮੈਂਟ ਦਾ ਤਰੀਕਾ ਹੈ ਜਿਹਦੇ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਜੋ ਪੂਰੀ ਤਰ੍ਹਾਂ ਨਾਲ ਕਿਉਰ ਕੀਤੀਆਂ ਜਾ ਸਕਦੀਆਂ ਨੇ। ਉਸ ਪੰਚਕਰਮ ਦਾ ਜੋ ਇਲਾਜ ਕਰਨ ਦਾ ਤਰੀਕਾ ਉਹ ਕੈਂਪ ਇਹ ਹੈਗਾ। ਇਸ ਕੈਂਪ ਦੇ ਵਿੱਚ ਤਰ੍ਹਾਂ ਦੇ ਆਇਲਸ ਦੇ ਨਾਲ ਮਸਾਜ ਵਗੈਰਾ ਦੇ ਪ੍ਰੋਸੀਜਰਸ ਹੁੰਦੇ ਨੇ ਔਰ ਸ਼ਿਰੋਧਾਰਾ ਵਗੈਰਾ ਦੇ ਪ੍ਰੋਸੀਜਰ ਹੁੰਦੇ ਨੇ। ਇਸ ਤੋਂ ਇਲਾਵਾ ਸਰੀਰ ਦਾ ਇੰਟਰਨਲ ਜਿਹੜਾ ਸਫਾਈ ਸ਼ੁੱਧੀਕਰਨ ਕੀਤਾ ਜਾਂਦਾ। ਖੰਨਾ ਦੇ ਵਿੱਚ ਲਗਭਗ 20 ਦਿਨ ਪਹਿਲਾਂ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਇੱਕ ਬਲਦ ਦੀ ਮੌਤ ਹੋ ਗਈ ਸੀ। ਮ੍ਰਿਤਕ ਬਲਦ ਕਈ ਦਿਨਾਂ ਤੱਕ ਰੇਲਵੇ ਲਾਈਨਾਂ ਦੇ ਨਜ਼ਦੀਕ ਹੀ ਪਿਆ ਰਿਹਾ, ਪਰ ਨਗਰ ਪ੍ਰਸ਼ਾਸਨ ਦੇ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵੱਲੋਂ ਪੈਸੇ ਇਕੱਠੇ ਕਰਕੇ ਇਸ ਮ੍ਰਿਤਕ ਬਲਦ ਨੂੰ ਉੱਥੋਂ ਚੁੱਕ ਕੇ ਦਫਨਾ ਦਿੱਤਾ ਗਿਆ। ਪਰ ਅੱਧੇ ਅਧੂਰੇ ਦਫਨਾਏ ਕਿ ਇਸ ਬਲਦ ਦੇ ਕਰਕੇ ਇਲਾਕੇ ਦੇ ਵਿੱਚ ਬਦਬੂ ਫੈਲ ਰਹੀ ਹੈ, ਬਿਮਾਰੀਆਂ ਫੈਲਣ ਦਾ ਖਤਰਾ, ਜਿਸ ਨੂੰ ਲੈ ਕੇ ਲੋਕਾਂ ਨੇ ਰੋਸ ਜ਼ਾਹਰ ਕੀਤਾ। ਇਹ ਆਪਣੇ ਕੋਈ ਜਾਨਵਰ ਮਰਿਆ ਹੋਇਆ ਸੀ ਠੱਠਾ, ਇਹਦੇ ਵਿੱਚ ਅਜੇ ਨੂੰ 20-22 ਦਿਨ ਹੋ ਗਏ ਮਰੇ ਨੂੰ। ਅਸੀਂ MC ਵਿੱਕੀ ਕੋਲ ਵੀ ਗਏ ਹਾਂ ਅਤੇ ਲਾਲੀ ਸਾਹਿਬ ਕੋਲ ਵੀ ਗਏ ਹਾਂ, ਉਹਨਾਂ ਨੇ ਕੋਈ ਉੱਤਾ ਨਹੀਂ ਚੁੱਕਿਆ ਹੈਗਾ ਅਤੇ ਇੱਥੇ ਜਾਂ ਲੰਘਦਿਆਂ ਤਾਂ ਮੁਸਕ ਮਾਰਦਾ ਬਿਮਾਰੀ ਹੁਣ ਪੀਲੀਏ ਦੀ ਬਿਮਾਰੀ ਫੈਲਦੀ ਜਾ ਰਹੀ ਹੈ। ਕਈ ਮਰੀਜ਼ ਮੁਹੱਲੇ 'ਚ ਪੀਲੀਏ ਨਾਲ ਆ ਗਏ, ਇਹਦੀ ਸਮੈਲ ਇੰਨੀ ਗੰਦੀ ਜਾ ਰਹੀ ਹੈ। ਕਿੰਨੀ ਕੁ ਆਬਾਦੀ ਹੈਗੀ ਇੱਥੇ ਘੱਟੋ ਘੱਟ ਵੀ 20,000 ਆਪਣਾ 4100 ਵੋਟ ਆ ਮੁਹੱਲੇ ਦੀ। ਅੱਛਾ, ਇਹਦੇ ਨਾਲ ਘਰ ਨੇ ਸਾਰੀ? ਹਾਂਜੀ ਹਾਂ। ਕੀ ਤੁਸੀਂ ਕੀਤਾ ਸੀ ਉਸ ਟਾਈਮ, ਤੁਸੀਂ ਜਦੋਂ ਇਹ ਹੋਇਆ ਤੇ ਪੈਸੇ ਵਗੈਰਾ ਇਕੱਠੇ ਕੀਤੇ? ਅਸੀਂ ਸਾਰੇ ਮੁਹੱਲੇ 'ਚ ਪੈਸੇ ਇਕੱਠੇ ਕਰਕੇ ਦਿੱਤੇ ਅਤੇ ਬਾਕੀ ਰੇਲ ਬੈਂਕ ਆ ਕੇ ਸਟੇਸ਼ਨ ਮਾਸਟਰ ਸਾਹਿਬ ਕੋਲ ਵੀ ਗਏ, ਉਹ ਕਹਿੰਦੇ ਟੋਆ ਪੱਟ ਕੇ ਤੁਸੀਂ ਕਰਵਾ ਲਓ। ਅਤੇ ਵਿੱਕੀ MC ਕਹਿੰਦਾ ਮੇਰੀ ਜੇ JBC ਆਉਂਦੀ ਹੈ, ਰੇਲਵੇ ਵਾਲਿਆਂ ਨੇ ਕੰਟਰੋਲ ਕਰ ਲਈ ਸੀ ਵੀ ਸਾਤੋਂ ਛੁਡਵਾ ਨਹੀਂ ਜਾਂਦੀ, ਵੀ ਤੁਸੀਂ ਵੀ ਅਸੀਂ ਮਜਬੂਰ ਹਾਂ ਇਸ ਚੀਜ਼ ਨੂੰ ਚੁੱਕਣ ਵਾਸਤੇ। ਬਹੁਤ ਦਿੱਕਤ ਆ ਰਹੀ ਹੈ ਜੀ। ਇਹਨਾਂ ਨੇ ਮਹੱਲੇ ਦੇ ਵਿੱਚੋਂ ਪੇਮੈਂਟ ਇਕੱਠੀ ਕੀਤੀ, ਪੈਸੇ ਇਕੱਠੇ ਕੀਤੇ, ਇਹਨਾਂ ਦਾ ਫਿਰ ਵੀ ਹੱਲ ਨਹੀਂ ਹੋਇਆ ਜੀ। ਕਿ ਯਾਨੀ ਕਿ ਆਪਣਾ ਇਹ ਹੱਲ ਆ ਜਿਹੜਾ ਕਰਵਾਇਆ ਜਾਵੇ ਜਲਦ ਤੋਂ ਜਲਦ ਜੀ, ਬਸ ਇਹੀ ਆਪਣਾ ਕਹਿਣਾ ਜੀ। ਬਿਮਾਰੀ ਵਗੈਰਾ ਵੀ ਫੈਲੀ ਹੋਈ? ਬਿਮਾਰੀ ਬਹੁਤ ਮਹੱਲੇ 4-5 ਬੰਦਿਆਂ ਨੂੰ ਪੀਲੀਆ ਹੋ ਗਿਆ, ਬਿਮਾਰ ਹੋ ਗਏ ਲੋਕ ਬਹੁਤ ਜ਼ਿਆਦਾ ਜੀ। ਇਹ ਸਮੱਸਿਆ ਘਰਿਆਂ 'ਚ ਵੀ ਮੁਸਕ ਜਾਂਦਾ ਜੀ, ਬਹੁਤ ਜ਼ਿਆਦਾ ਉੱਡਦੀ ਆ, ਬਦਬੂ ਉੱਡਦੀ ਆ, ਫੈਲਦੀ ਆ ਜੀ, ਬਹੁਤ ਪਰੇਸ਼ਾਨੀ ਆਉਂਦੀ ਹੈ, ਦਿੱਕਤ ਆਉਂਦੀ ਹੈ ਜੀ। ਇਸ ਕਰਕੇ ਜੀ ਆਪਾਂ ਇਹੀ ਚਾਹੁੰਦੇ ਹਾਂ ਜੀ ਇਹਦਾ ਹੱਲ ਕਰਵਾਇਆ ਜਾਵੇ। ਅਸੀਂ ਇੱਥੋਂ ਲੰਘਦੇ ਹਾਂ, ਸਾਨੂੰ ਰੇਲਵੇ ਸਟੇਸ਼ਨ 'ਤੇ ਬਹੁਤ ਜ਼ਿਆਦਾ ਮੁਸ਼ਕ ਆਉਂਦੀ ਆ, ਅਸੀਂ ਲੰਘ ਨਹੀਂ ਹੁੰਦਾ ਹੈਗਾ। ਸਾਡੇ ਬੱਚੇ ਇੱਥੋਂ ਲੰਘਦੇ ਨੇ ਬਹੁਤ ਪਰੇਸ਼ਾਨ ਹੁੰਦੇ ਨੇ।
ਐਡੀ ਮੁਸ਼ਕ ਖਿੰਡੀ ਹੋਈ ਹੈ, ਬਦਬੂ ਆਉਂਦੀ ਆ ਸਾਰਾ ਮੁਸ਼ਕ ਫੈਲਿਆ ਪਿਆ ਲੈਣਾ ਦੇ ਉੱਤੇ। ਕਿੰਨੇ ਕੁ ਦਿਨ ਹੋ ਗਏ ਇੱਥੇ ਜਿਹੜੇ ਇੱਥੇ ਹਫਤਾ ਹੋ ਗਿਆ ਸਾਨੂੰ ਲੰਘਦਿਆਂ ਨੂੰ। ਅੱਛਾ, ਬਹੁਤ ਔਖਾ ਹੋਇਆ ਪਿਆ ਸਾਨੂੰ, ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਲੈਣਾ ਦੇ ਉੱਤੇ। ਕਾਫੀ ਘਰ ਹੋਣਗੇ ਇੱਥੇ ਨਾਲ? ਬਹੁਤ ਘਰ ਨੇ ਇੱਥੇ, ਸਾਰੀ ਕਲੋਨੀ ਵਸਦੀ ਆ, ਸਾਰੇ ਹੀ ਪਰੇਸ਼ਾਨ ਨੇ ਇੱਥੋਂ ਲੰਘਦੇ ਹੋਏ, ਸਾਰੇ ਮੂੰਹ ਢੱਕ ਕੇ ਲੰਘਦੇ ਆ ਅਸੀਂ। ਬਿਮਾਰੀ ਪੈ ਜਾਵੇ, ਕੁਝ ਪੈ ਜਾਵੇ, ਕੌਣ ਜ਼ਿੰਮੇਵਾਰ ਹੈ ਸਾਡਾ? ਮਿਸ਼ਨ ਸਮਾਈਲ ਦੇ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਹੋਇਆਂ ਨਿਸ਼ਕਾਮ ਸਕੂਲ ਦੇ ਵਿੱਚ ਬਸਤੀ ਦੇ ਬੱਚਿਆਂ ਨਾਲ ਦੁਸ਼ਹਿਰਾ ਦਾ ਪ੍ਰੋਗਰਾਮ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਿਸ਼ਨ ਸਮਾਈਲ ਦੇ ਪ੍ਰਧਾਨ ਮੰਜੂ ਸੇਠੀ ਨੇ ਦੱਸਿਆ ਹੈ ਕਿ ਮੇਲੇ ਦੇ ਵਿੱਚ ਜਾਦੂ ਦਾ ਸ਼ੋਅ, ਝੂਲੇ ਅਤੇ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ। ਇਸ ਮੌਕੇ ਬੱਚਿਆਂ ਨੇ ਵੀ ਖੂਬ ਆਨੰਦ ਮਾਣਿਆ। ਚਲੋ ਮਿਲ ਕੇ ਖੁਸ਼ੀਆਂ ਵੰਡੀਏ, ਕਿਸੇ ਦਾ ਆਪਾਂ ਦੁੱਖ ਦਰਦ ਵੰਡੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਸੋਨੀਆ ਛਾਬੜਾ, ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ NGO। ਅੱਜ ਅਸੀਂ ਦੁਸ਼ਹਿਰਾ ਮੇਲਾ ਲਗਾ ਰਹੇ ਹਾਂ ਨਿਸ਼ਕਾਮ ਸਕੂਲ ਜੋ ਕਿ ਮਾਡਲ ਟਾਊਨ 'ਚ ਹੈ, ਔਰ ਇੱਥੇ ਅਸੀਂ ਮੇਲੇ ਵਿੱਚ ਰਾਵਣ ਵੀ ਸਾੜ ਰਹੇ ਹਾਂ, ਰਾਮ ਸੀਤਾ ਜੀ ਸਵਾਰੀ ਵੀ ਆਈ ਹੈ, ਔਰ ਬੱਚੇ ਬਹੁਤ ਇੰਜੋਏ ਕਰ ਰਹੇ ਹੈ। ਮੈਜਿਕ ਦਾ ਸ਼ੋਅ ਵੀ ਹੋ ਰਿਹਾ ਹੈ, ਔਰ ਅਸੀਂ ਕਾफ़ी ਸਾਰੇ ਸਟਾਲਸ ਵੀ ਲਗਾਏ ਹੈ। ਖਾਣ ਪੀਣ ਦਾ ਵੀ ਅਰੇਂਜਮੈਂਟ ਬੱਚਿਆਂ ਵਾਸਤੇ ਕੀਤਾ ਹੋਇਆ ਹੈ, ਔਰ ਰਿੰਗ ਗੇਮ ਹੈ, ਗਨ ਸ਼ੂਟਰ ਹੈ, ਬਬਲ ਸ਼ੂਟਰ ਹੈ, और बच्चों ने बहुत अच्छी रंगोलियां बनाई ने, दिए बनाए हैं, हैंडमेड दिए, और बड़ा अच्छा लग रहा है कि सानू ਇੱਦਾਂ ਦਾ ਆਪਾਂ ਹਰ ਇੱਕ ਸੈਲੀਬ੍ਰੇਟ ਕਰਦੇ ਹਾਂ ਅਸੀਂ ਫੈਸਟੀਵਲ, ਤਾਂ ਕਿ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਆ ਸਕੀਏ, ਜੋ ਕਿ ਮਿਸ਼ਨ ਸਮਾਈਲ ਦਾ ਮਕਸਦ ਹੈ। ਔਰ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਸਾਰੇ ਮਿਸ਼ਨ ਸਮਾਈਲ ਟੀਮ ਦਾ, ਜਿਨ੍ਹਾਂ ਨੇ ਹਮੇਸ਼ਾ ਨਾਲ ਖੜੇ ਹੋ ਕੇ ਆਪਣਾ ਯੋਗਦਾਨ ਪਾਇਆ, ਬੱਚਿਆਂ ਨੂੰ ਇੰਨੇ ਸੋਹਣੇ ਸੋਹਣੇ ਗਿਫਟਸ ਦਿੱਤੇ ਹੈ। ਬਹੁਤ ਹੀ ਅੱਛਾ ਲੱਗ ਰਿਹਾ, ਬੱਚੇ ਇੰਜੋਏ ਕਰ ਰਹੇ, ਔਰ ਇਹੀ ਸਾਡਾ ਮਕਸਦ ਹੈ ਕਿ ਖੁਸ਼ ਰਹਿਣ ਸਾਰੇ ਜਾਣੇ, ਨਫ਼ਰਤਾਂ ਨੂੰ ਦੂਰ ਹਟਾ ਦਈਏ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਲੁਧਿਆਣਾ ਪੁਲਿਸ ਕਮਿਸ਼ਨਰੇਟ ਨਜ਼ਦੀਕ ਵਧਾਈ ਗਈ ਸਖਤੀ। ਕਮਿਸ਼ਨਰੇਟ ਦੇ ਨਜ਼ਦੀਕ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਰੋਕ, ਬਿਨਾਂ ਮਨਜ਼ੂਰੀ ਧਰਨੇ, ਜਲਸੇ, ਰੈਲੀਆਂ ਤੇ ਵੀ ਲਗਾਈ ਗਈ ਪਾਬੰਦੀ। ਹੁਣ ਮਾਲਕ ਮਕਾਨ ਨੂੰ ਵੀ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਉਣਾ ਹੋਵੇਗਾ ਲਾਜ਼ਮੀ। ਦੋ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਵਰਕਰਾਂ ਨੇ ਕਸੀ ਕਮਰ, ਡੋਰ ਟੂ ਡੋਰ ਕੀਤਾ ਜਾ ਰਿਹਾ ਪ੍ਰਚਾਰ। ਭਾਈ ਰਣਜੀਤ ਸਿੰਘ ਨਗਰ ਦੇ ਵਿੱਚ ਲੋਕਾਂ ਨੂੰ ਮਿਲਣ ਪਹੁੰਚੇ ਮਹੇਸ਼ਿੰਦਰ ਸਿੰਘ ਗਰੇਵਾਲ। ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਵਿੱਚ ਵੀ ਅਕਾਲੀ ਬਸਪਾ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਦੇ ਹੱਕ ਵਿੱਚ ਕੀਤੀ ਗਈ ਬੈਠਕ। ਕਾਂਗਰਸ ਵਿੱਚ ਇੱਕ ਹੋਰ ਧਮਾਕਾ, ਖੰਨਾ ਦੀ ਸੀਟ ਤੋਂ ਰਮਨੀਕ ਕੌਰ ਗਰੇਵਾਲ ਨੇ ਪੇਸ਼ ਕੀਤੀ ਟਿਕਟ ਦੀ ਦਾਅਵੇਦਾਰੀ। ਗੁਰਕਿਰਤ ਤੇ ਕੋਟਲੀ ਦੀਆਂ ਵਧੀਆਂ ਮੁਸ਼ਕਲਾਂ, 2017 ਦੇ ਵਿੱਚ ਬਣੇ ਸਨ ਖੰਨਾ ਤੋਂ ਵਿਧਾਇਕ। ਮਿਸ਼ਨ ਸਮਾਈਲ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ। ਨਿਸ਼ਕਾਮ ਸਕੂਲ ਦੇ ਵਿੱਚ ਬਸਤੀ ਦੇ ਬੱਚਿਆਂ ਨਾਲ ਮਨਾਇਆ ਦੁਸ਼ਹਿਰਾ। ਝੂਲੇ, ਮਠਿਆਈ ਦੇ ਸਟਾਲ ਅਤੇ ਜਾਦੂ ਦਾ ਸ਼ੋਅ ਵੀ ਕੀਤਾ ਗਿਆ ਆਯੋਜਿਤ। ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਦਿਓ ਇਜਾਜ਼ਤ, ਧੰਨਵਾਦ।